ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਪਹਿਲਾ ਭੂਤ ਪਿਛੈਰੀ ਮਾਈ ਗੁਰ ਲਾਗੋ ਚੇਲੇ ਕੀ ਪਾਈ। ਏਕ ਅਚੰਭਉ ਸੁਣੋ ਤੁਮ ਭਾਈ ਦੇਖਤ ਸਿੰਘ ਚਰਾਵਤ ਗਾਈ ਰਹਾਓ। ਜਲ ਕੀ ਮਛਲੀ ਤਰਵਰ ਬਿਆਈ ਦੇਖਤ ਕੁਤਰਾ ਲੈ ਗਈ ਬਿਲਾਈ। ਤਲੈਰ ਵੈਸਾ ਉਪਰ ਸੂਲਾ ਤਿਸ ਕੈ ਪੇੜ ਲਗੇ ਫਲ ਫੂਲਾ। ਘੋਰੇ ਚਰ ਭੈਸ ਚਰਾਵਣ ਜਾਏ ਬਾਰ ਬੈਲ ਗੌਣ ਘਰ ਆਈ। ਕਹਿਤ ਕਬੀਰ ਜੋ ਇਸ ਪਦ ਬੂਝੈ ਰਾਮ ਰਮਤ ਤਿਸ ਸਭ ਕਿਸ ਸੂਝੈ। ਕਹਿਤ ਕਬੀਰ ਜੋ ਇਸ ਪਦ ਬੂਝੈ ਰਾਮ ਰਮਤ ਤਿਸ ਸਭ ਕੇ ਸੂਝੈ। 22 ਚੌਪਦੇ ਤਥਾ ਪੰਚਪਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰਾ ਦੇ ਦਾਤੇ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਦੀ ਜੋ ਪਾਵਨ ਲੜੀਵਾਰ ਕਥਾ ਵਿਚਾਰ ਨਾਲ ਜੁੜਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਸਥਾਨ 'ਤੇ ਚੱਲ ਰਹੀ ਲੜੀਵਾਰ ਕਥਾ ਦੇ ਅਨੁਸਾਰ ਪਾਵਨ ਸ਼ਬਦ ਜੋ ਆਪ ਜੀ ਨੇ ਪਾਠ ਇਸ ਸਮੇਂ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 481 ਤੇ ਇਹ ਸ਼ਬਦ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜੋ ਜੀਵ ਪਰਮਾਤਮਾ ਦੀ ਬੰਦਗੀ ਤੋਂ ਦੂਰ ਜਾ ਚੁੱਕਾ ਹੈ, ਉਸ ਦੇ ਉੱਪਰ ਕਿਵੇਂ ਸੰਸਾਰ ਦਾ ਮਾਇਆ ਦਾ ਪ੍ਰਭਾਵ ਪਿਆ ਹੈ, ਇੱਕ ਉਹਨਾਂ ਦਾ ਸਮਝਾਉਣ ਦਾ ਤਰੀਕਾ ਢੰਗ ਹੈ। ਇਸ ਤਰ੍ਹਾਂ ਦੇ ਉਹ ਪ੍ਰਮਾਣ ਦੇ ਕਰਕੇ ਸਮਝਾਉਣਾ ਕਰਦੇ ਨੇ ਕਿ ਵੇਖੋ ਜਿਹੜਾ ਜੀਵ ਹੈ ਇਹ ਕਿਵੇਂ ਸੰਸਾਰ ਦੇ ਵਿੱਚ ਉਲਝ ਗਿਆ ਹੈ।
ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਬੜੀ ਅਚਰਜ ਖੇਡ ਹੋ ਰਹੀ ਹੈ ਕਿ ਜੀਵ ਹੈ ਤਾਂ ਪਰਮਾਤਮਾ ਦੀ ਅੰਸ਼, ਪਰ ਇਹਦੇ ਉੱਪਰ ਸੰਸਾਰ ਦੀ ਮਾਇਆ ਦਾ, ਸੰਸਾਰ ਦਾ, ਵਿਕਾਰਾਂ ਦਾ ਪ੍ਰਭਾਵ ਪੈ ਕੇ ਇਹ ਆਪਣੇ ਅਸਲੇ ਤੋਂ ਦੂਰ ਜਾ ਚੁੱਕਾ ਹੈ। ਕੋਈ ਵਿਰਲਾ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋ ਆਪਣੀ ਉਸ ਅਵਸਥਾ ਨੂੰ ਪ੍ਰਾਪਤ ਕਰਦਾ ਹੈ, ਜਾਣ ਲੈਂਦਾ ਹੈ ਦੁਬਾਰੇ, ਜੋ ਗੁਰੂ ਦੀ ਮੱਤ ਲੈ ਲੈਂਦਾ ਹੈ, ਉਸ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਹੈ ਕਿ ਜੋ ਸੰਸਾਰਕ ਬਿਰਤੀ ਵਿੱਚ ਮੈਂ ਜੀਵਨ ਜੀ ਰਿਹਾ ਹਾਂ ਇਹ ਅਸਲ ਨਹੀਂ ਹੈ। ਉਹਨੂੰ ਸੋਝੀ ਆ ਜਾਂਦੀ ਹੈ ਕਿ ਮੈਂ ਅਸਲ ਵਿੱਚ ਕੌਣ ਹਾਂ, ਮੇਰਾ ਜੀਵਨ ਦਾ ਲਕਸ਼ ਕੀ ਹੈ, ਮਕਸਦ ਕੀ ਹੈ। ਸੋ ਆਓ ਭਗਤ ਕਬੀਰ ਸਾਹਿਬ ਜੀ ਦੇ ਨਾ ਪਾਵਨ ਅੰਮ੍ਰਿਤ ਬਚਨਾਂ ਦੇ ਨਾਲ ਸਾਂਝ ਪਾਈਏ। ਜੋ ਰਹਾਉ ਦਾ ਬੰਦ ਹੈ, ਏਕ ਅਚੰਭੋ ਸੁਣੋ ਤੁਮ ਭਾਈ, ਦੇਖਤ ਸਿੰਘ ਚਰਾਵਤ ਗਾਈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਅਚਰਜ ਖੇਡ ਦੁਨੀਆ ਦੇ ਵਿੱਚ ਹੋ ਰਹੀ ਹੈ। ਉਹ ਅਚਰਜ ਅਚੰਭੇ ਵਾਲੀ ਗੱਲ ਕਿਹੜੀ ਹੈ ਕਿ ਜਿਹੜਾ ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ, ਉਹ ਸਰੀਰ ਦੇ ਇੰਦਰੀਆਂ ਨੂੰ ਪ੍ਰਸੰਨ ਕਰਨ ਦੇ ਵਿੱਚ ਲੱਗਾ ਹੋਇਆ ਹੈ। ਕਦੇ ਵੇਖਿਆ ਹੈ ਕਿ ਜਿਹੜਾ ਸ਼ੇਰ ਗਊਆਂ ਨੂੰ ਚਾਰਦਾ ਹੋਵੇ, ਕਿਉਂਕਿ ਸ਼ੇਰ ਦਾ ਇੱਕ ਆਪਣਾ ਆਭਾ ਮੰਡਲ ਹੈ, ਇੱਕ ਉਹਦਾ ਤੇਜ ਹੈ, ਉਹਦਾ ਐਸਾ ਪ੍ਰਭਾਵ ਹੈ ਜਿੱਥੇ ਵੀ ਉਹ ਜਾਵੇ ਹੋਰ ਜਾਨਵਰ ਜੀਵ ਜੰਤੂ ਉਹਦੇ ਤੋਂ ਡਰ ਜਾਂਦੇ ਨੇ, ਦੂਰ ਭੱਜ ਜਾਂਦੇ ਨੇ। ਸ਼ੇਰ ਨੂੰ ਬਹਾਦਰੀ ਦਾ, ਸਾਹਸ ਦਾ ਪ੍ਰਤੀਕ ਮੰਨਿਆ ਗਿਆ, ਪਰ ਜੇਕਰ ਸ਼ੇਰ ਗਾਵਾਂ ਮੱਝੀਆਂ ਨੂੰ ਚਾਰਨ ਲੱਗ ਜਾਵੇ ਤਾਂ ਇਹ ਇੱਕ ਹੈਰਾਨੀ ਕਰਨ ਵਾਲੀ ਗੱਲ ਹੁੰਦੀ ਹੈ। ਵਾਹ, ਉਹਦੇ ਸ਼ੇਰ ਹੋਣ 'ਤੇ ਸ਼ੱਕ ਕੀਤਾ ਜਾ ਸਕਦਾ ਹੈ ਵੀ ਇਹ ਸ਼ੇਰ ਨਹੀਂ ਹੈ, ਜੋ ਸਰੀਰ ਭਾਵੇਂ ਸ਼ੇਰ ਦਾ ਹੈ ਪਰ ਗਊਆਂ ਮੱਝੀਆਂ ਨੂੰ ਚਾਰ ਰਿਹਾ ਹੈ। ਸ਼ੇਰ ਤਾਂ ਇਹ ਕਰਦਾ ਹੀ ਨਹੀਂ ਹੈ। ਪਰ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਕਹਿੰਦੇ ਜਿਹੜਾ ਜੀਵ ਆਤਮਾ ਹੈ ਤਾਂ ਇਹ ਸ਼ੇਰ ਦੀ ਤਰ੍ਹਾਂ, ਪਰ ਇਹ ਇੰਦਰੀਆਂ ਰੂਪੀ ਗਊਆਂ ਨੂੰ ਚਾਰ ਰਿਹਾ, ਭਾਵ ਪ੍ਰਸੰਨ ਕਰ ਰਿਹਾ, ਉਹਨਾਂ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ। ਭਾਵ ਕਿ ਜਿਹੜਾ ਜੀਵ ਆਤਮਾ ਹੈ ਇਹ ਪਰਮਾਤਮਾ ਦੇ ਨਾਮ ਰਸ ਨੂੰ ਛੱਡ ਕੇ ਵਿਸ਼ਿਆਂ ਦੇ ਰਸ ਨੂੰ ਭੋਗਣ ਵਿੱਚ ਲੱਗਾ ਹੋਇਆ ਹੈ, ਜੋ ਬਿਲਕੁਲ ਇਹਦੇ ਸੁਭਾਅ ਦੇ, ਇਹਦੇ ਜੀਵਨ ਦੇ ਉਲਟ ਹੈ। ਕਿਉਂਕਿ ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ, ਉਹਨੂੰ ਉਹਦੇ ਮੁਤਾਬਕ ਹੀ ਜੀਵਣਾ ਚਾਹੀਦਾ ਹੈ। ਪਰ ਸੰਸਾਰ ਵਿੱਚ ਇਹ ਖੇਡ ਵਿਆਪਤ ਹੋ ਰਹੀ ਹੈ। ਭਗਤ ਕਬੀਰ ਸਾਹਿਬ ਕਹਿੰਦੇ ਇਹ ਅਚੰਭੇ ਵਾਲੀ ਗੱਲ ਹੋ ਰਹੀ ਹੈ ਕਿ ਜੀਵ ਆਤਮਾ ਇੰਦਰੀਆਂ ਦੇ ਅਧੀਨ ਹੋਇਆ ਪਿਆ ਹੈ। ਸੋ ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ ਹਨ। ਆਸਾ ਪਹਿਲਾ ਪੂਤ ਪਿਛੈਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਪਹਿਲਾ ਪੂਤ ਪਿਛੈਰੀ ਮਾਈ ਕਹਿੰਦੇ ਭਗਤ ਕਬੀਰ ਸਾਹਿਬ ਜੀ ਨੇ ਇੱਥੇ ਪ੍ਰਮਾਣ ਦਿੱਤਾ ਹੈ। ਕਦੇ ਵੇਖੋ ਸੰਸਾਰ ਦੇ ਵਿੱਚ ਕਿ ਪੁੱਤਰ ਦਾ ਜਨਮ ਬਾਅਦ ਵਿੱਚ ਹੀ ਹੁੰਦਾ ਹੈ। ਪਹਿਲਾਂ ਮਾਂ ਆਉਂਦੀ ਸੰਸਾਰ ਦੇ ਵਿੱਚ, ਮਾਂ ਤੋਂ ਫਿਰ ਪੁੱਤਰ ਦਾ ਜਨਮ ਹੁੰਦਾ ਹੈ। ਵह ਮਾਂ ਸ਼ਬਦ ਦਾ ਜਨਮ ਹੀ ਪੁੱਤਰ ਕਰਕੇ ਹੁੰਦਾ ਹੈ। ਭਗਤ ਕਬੀਰ ਸਾਹਿਬ ਜੀ ਇੱਥੇ ਸਾਨੂੰ ਦੇਖੋ ਐਸਾ ਪ੍ਰਮਾਣ ਦੇ ਕੇ ਅਧਿਆਤਮਕ ਦੇ ਨਾਲ ਜੋੜਦੇ ਨੇ। ਪਹਿਲਾ ਪੂਤ ਪਿਛੈਰੀ ਮਾਈ ਕਹਿੰਦੇ ਜਿਹੜਾ ਜੀਵ ਆਤਮਾ ਹੈ ਉਹ ਪਿੱਛੇ ਹੋ ਗਈ ਹੈ, ਮਨ ਰੂਪੀ ਪੁੱਤਰ ਅੱਗੇ ਆ ਗਿਆ ਹੈ। ਭਾਵ ਜੀਵ ਆਤਮਾ ਨੂੰ ਪਿੱਛੇ ਕਰਤਾ ਹੈ। ਮਾਂ ਜਿਹੜੀ ਮਾਂ ਹੈ ਆਤਮਾ ਉਹ ਪਿੱਛੇ ਹੋ ਗਈ, ਮਨ ਅੱਗੇ ਚੌਧਰੀ ਹੋਇਆ ਫਿਰਦਾ। ਜਦ ਕਿ ਚਾਹੀਦਾ ਸੀ ਪਹਿਲਾਂ ਮਾਂ ਦਾ ਸਤਿਕਾਰ ਹੋਵੇ। ਆਪਾਂ
ਕਿਸੇ ਦੇ ਬੱਚੇ ਨੂੰ ਤੇ ਬੜਾ ਮਾਣ ਦਈਏ, ਸਤਿਕਾਰ ਦਈਏ, ਪਰ ਉਹਦੀ ਮਾਂ ਨੂੰ ਨਾ ਪੁੱਛੀਏ, ਮਾਂ ਦਾ ਸਤਿਕਾਰ ਨਾ ਕਰੀਏ ਤੇ ਉਹ ਬੱਚੇ ਦਾ ਸਤਿਕਾਰ ਕੀਤਾ ਹੋਇਆ ਕੀ ਲਾਭ ਦੇਵੇਗਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਵੇਖੋ ਸੰਸਾਰ ਦੇ ਵਿੱਚ ਇਹ ਅਚਰਜ ਗੱਲ ਹੋ ਰਹੀ ਹੈ ਕਿ ਮਾਂ ਜੀਵ ਆਤਮਾ ਪਿੱਛੇ ਹੋ ਗਈ ਹੈ, ਮਨ ਅੱਗੇ ਚੌਧਰੀ ਹੋਇਆ ਫਿਰਦਾ, ਜਦ ਕਿ ਚਾਹੀਦਾ ਸੀ ਜੀਵ ਆਤਮਾ ਨੂੰ ਪ੍ਰਧਾਨਤਾ ਚਾਹੀਦੀ, ਸਰੀਰ ਦੇ ਵਿੱਚ ਜੀਵਨ ਦੇ ਵਿੱਚ ਆਤਮਾ ਨੂੰ ਅੱਗੇ ਹੋਣਾ ਚਾਹੀਦਾ ਹੈ, ਪਰ ਇੱਥੇ ਉਲਟ ਖੇਡ ਹੋ ਗਈ ਹੈ, ਮਨ ਅੱਗੇ ਹੋ ਗਿਆ ਹੈ। ਇਹਦੇ ਵਿਦਵਾਨਾਂ ਨੇ ਹੋਰ ਤਰ੍ਹਾਂ ਵੀ ਅਰਥ ਕੀਤੇ ਨੇ ਕਿ ਪਹਿਲਾਂ ਜੀਵ ਆਤਮਾ ਪਰਮਾਤਮਾ ਦਾ ਅੰਸ਼ ਹੈ ਔਰ ਮਾਇਆ ਰੂਪੀ ਛਾਂ ਇਹਦੇ ਉੱਪਰ ਬਾਅਦ ਵਿੱਚ ਵਿਆਪਤ ਹੁੰਦੀ ਹੈ। ਹੋਰ ਵੀ ਵਿਦਵਾਨ ਇਹਦੇ ਅਰਥ ਵੱਖੋ ਵੱਖਰੇ ਤਰੀਕਿਆਂ ਨਾਲ ਕਰਦੇ ਹਨ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਵੇਖੋ ਐਸੀ ਅਚਰਜ ਖੇਡ ਹੋ ਰਹੀ ਹੈ, ਮਨ ਰੂਪੀ ਪੁੱਤਰ ਅੱਗੇ ਹੋ ਗਿਆ ਹੈ, ਜੀਵ ਆਤਮਾ ਨੂੰ ਪਿੱਛੇ ਕਰ ਦਿੱਤਾ ਹੈ। ਦੇਖੋ ਮਨ ਦਾ ਜਨਮ ਪਤਾ ਕਿਵੇਂ ਹੁੰਦਾ ਹੈ? ਜਦੋਂ ਸਾਡੀ ਜੀਵ ਆਤਮਾ ਨੂੰ ਸਰੀਰ ਮਿਲਦਾ ਹੈ, ਸਰੀਰ ਔਰ ਆਤਮਾ ਦੇ ਮੇਲ ਨਾਲ ਫਿਰ ਮਨ ਦਾ ਜਨਮ ਹੁੰਦਾ, ਫਿਰ ਮਨ ਪੈਦਾ ਹੁੰਦਾ, ਉਹਦੇ ਵਿੱਚੋਂ ਮਨ ਬਣਦਾ ਹੈ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਚਾਹੀਦਾ ਤਾਂ ਇਹ ਸੀ ਕਿ ਆਤਮਾ ਅੱਗੇ ਹੁੰਦੀ, ਪਰ ਇੱਥੇ ਮਨ ਹੁਣ ਅੱਗੇ ਚੌਧਰੀ ਬਣ ਗਿਆ। ਗੁਰ ਲਾਗੋ ਚੇਲੇ ਕੀ ਪਾਈ, ਗੁਰ ਲਾਗੋ ਚੇਲੇ ਕੀ ਪਾਈ। ਗੁਰੂ ਆਪਣੇ ਸਿੱਖ ਨੂੰ ਮੱਥਾ ਟੇਕਣ ਲੱਗ ਜਾਵੇ, ਇਹ ਵੀ ਹੈਰਾਨੀ ਕਰਨ ਵਾਲੀ ਗੱਲ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਫਿਰ ਐਸੇ ਗੁਰੂ ਦੇ ਵਿੱਚ ਕੋਈ ਖੋਟ ਹੈ, ਕੋਈ ਕਮੀ ਹੈ। ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁ ਵਿਧ ਭਾਈ। ਚਾਹੀਦਾ ਤਾਂ ਇਹ ਸੀ ਕਿ ਗੁਰੂ ਹੁਕਮ ਕਰਦਾ ਤੇ ਸੇਵਕ ਸਿੱਖ ਉਸ ਨੂੰ ਮੰਨਦਾ, ਪਰ ਇੱਥੇ ਸੇਵਕ ਤੇ ਆਪਣੇ ਘਰ ਵਿੱਚ ਆਰਾਮ ਨਾਲ ਬੈਠਾ ਤੇ ਗੁਰੂ ਉਹਦੇ ਕੋਲ ਚੱਲ ਕੇ ਆ ਰਿਹਾ ਹੈ। ਇਹਦਾ ਭਾਵ ਕਿ ਗੁਰੂ ਸਮਰੱਥ ਨਹੀਂ ਹੈ, ਗੁਰੂ ਦੇ ਵਿੱਚ ਉਹ ਗੱਲ ਨਹੀਂ ਹੈ, ਕਿਉਂਕਿ ਜੇ ਗੁਰੂ ਵਿੱਚ ਉਹ ਗੱਲ ਹੁੰਦੀ ਤੇ ਉਹਨੂੰ ਲੋੜ ਨਹੀਂ ਸੀ ਸੇਵਕ ਦੇ ਘਰ ਇਸ ਤਰ੍ਹਾਂ ਸੇਵਕ ਦਾ ਹੁਕਮ ਮੰਨਣ ਵਾਸਤੇ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਹੜਾ ਜੀਵ ਆਤਮਾ ਹੈ ਤਾਂ ਇਹ ਗੁਰੂ ਦੀ ਤਰ੍ਹਾਂ ਭਾਵ ਵੱਡੇ ਅਸਲੇ ਵਾਲਾ ਹੈ, ਪਰਮਾਤਮਾ ਦੀ ਅੰਸ਼ ਹੈ, ਪਰ ਇਹ ਮਨ ਰੂਪੀ ਚੇਲੇ ਦੇ ਪੈਰੀਂ ਲੱਗ ਗਿਆ ਹੈ, ਕਿਉਂਕਿ ਜੀਵ ਆਤਮਾ ਦੇ ਵਿੱਚ ਕੋਈ ਊਣਤਾਈ ਆ ਗਈ ਹੈ, ਕੋਈ ਕਮੀ ਆ ਗਈ ਹੈ, ਜਿਸ ਕਰਕੇ ਗੁਰੂ ਰੂਪੀ ਜੀਵ ਆਤਮਾ ਮਨ ਰੂਪੀ ਚੇਲੇ ਦੇ ਪੈਰਾਂ ਵਿੱਚ ਲੱਗ ਗਿਆ ਹੈ। ਰਾਮ ਨਾਮ ਬਿਨ ਵਾਹਿਗੁਰੂ ਏਕ ਅਚੰਭੋ ਸੁਣੋ ਤੁਮ ਭਾਈ, ਦੇਖਤ ਸਿੰਘ ਚਰਾਵਤ ਗਾਈ। ਭਗਤ ਕਬੀਰ ਸਾਹਿਬ ਕਹਿੰਦੇ, ਵੇਖੋ ਦੁਨੀਆ ਦੇ ਲੋਕੋ, ਇੱਕ ਅਚੰਭੇ ਵਾਲੀ ਹੈਰਾਨ ਕਰਨ ਵਾਲੀ ਗੱਲ ਸੁਣੋ। ਦੇਖਤ ਸਿੰਘ ਚਰਾਵਤ ਗਾਈ। ਸਿੰਘ ਰੂਪੀ ਜੀਵ ਆਤਮਾ ਸਰੀਰ ਦੇ ਇੰਦਰੀਆਂ ਨੂੰ ਪ੍ਰਸੰਨ ਕਰਨ ਵਿੱਚ ਲੱਗਾ ਹੈ। ਸਾਡੀਆਂ ਅੱਖਾਂ, ਨਾਸਕਾ, ਕੰਨ ਇਤਿਆਦਿਕ ਇਹ ਜਿੰਨੇ ਵੀ ਸਰੀਰ ਦੇ ਇੰਦਰੇ ਨੇ, ਇਹਨਾਂ ਨੇ ਜੀਵ ਆਤਮਾ ਦੇ ਅਧੀਨ ਹੋਣਾ ਸੀ, ਪਰ ਜੀਵ ਆਤਮਾ ਇਹਨਾਂ ਦੇ ਅਧੀਨ ਹੋਇਆ ਤੁਰਿਆ ਫਿਰਦਾ, ਆਵਾਗਮਨ ਦੇ ਵਿੱਚ ਵਾਰ-ਵਾਰ ਜੰਮਦਾ ਮਰਦਾ, ਕਦੀ ਕੋਈ ਸਰੀਰ ਧਾਰਨ ਕਰ ਲੈਂਦਾ ਹੈ। ਇਸ ਤਰ੍ਹਾਂ ਇਹ ਅਚਰਜ ਖੇਡ, ਹੈਰਾਨੀ ਕਰਨ ਵਾਲੀ ਖੇਡ ਹੋ ਰਹੀ ਹੈ। ਸੰਸਾਰ ਵਿੱਚ ਇੱਦਾਂ ਦੀ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ, ਪਰ ਜਿਹੜਾ ਅਧਿਆਤਮਕ ਤੌਰ 'ਤੇ ਹਰ ਇੱਕ ਆਤਮਾ ਜਿਹੜੀ ਹੈ ਉਹ ਮਨ ਰੂਪੀ ਚੇਲੇ ਦੇ ਪੈਰੀਂ ਲੱਗੀ ਹੋਈ ਹੈ, ਔਰ ਆਤਮਾ ਜਿਹੜੀ ਹੈ ਉਹ ਮਨ ਦੇ ਪਿੱਛੇ ਚੱਲ ਰਹੀ ਹੈ। ਆਤਮਾ ਜਿਹੜੀ ਹੈ ਸੰਸਾਰ ਦੇ ਰਸਾਂ ਕਸਾਂ ਦੇ ਵਿੱਚ ਖਚਿਤ ਹੋ ਗਈ ਹੈ, ਜਦ ਕਿ ਸਾਰਾ ਕੁਝ ਇਹਦੇ ਅਧੀਨ ਸੀ, ਪਰ ਇਹ ਸਾਰੇ ਕੁਝ ਦੇ ਅਧੀਨ ਹੋ ਗਈ ਹੈ, ਗੁਲਾਮ ਹੋ ਗਈ ਹੈ ਆਤਮਾ। ਤੇ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਜੀਵ ਆਤਮਾ ਰੂਪੀ ਸ਼ੇਰ
ਇੰਦਰੀਆਂ ਰੂਪੀ ਗਊਆਂ ਨੂੰ ਪ੍ਰਸੰਨ ਕਰਨ ਵਿੱਚ ਲੱਗ ਗਿਆ ਹੈ। ਰਹਾਉ ਜਲ ਕੀ ਮਛਲੀ ਤਰਵਰ ਵਿਆਈ। ਜਲ ਵਿੱਚ ਰਹਿਣ ਵਾਲੀ ਮਛਲੀ ਦਰਖਤ 'ਤੇ ਜਾ ਕੇ ਉਹਨੇ ਆਪਣੇ ਬੱਚਿਆਂ ਨੂੰ ਜਨਮ ਦੇ ਦਿੱਤਾ ਹੈ। ਵਿਆਹੀ ਦਾ ਅਰਥ ਹੈ ਪ੍ਰਸੂਤਾ ਹੋਣਾ, ਭਾਵ ਬੱਚਿਆਂ ਨੂੰ ਜਨਮ ਦੇਣਾ। ਕਦੇ ਐਸਾ ਦੇਖਿਆ ਨਹੀਂ ਹੋਣਾ ਕਿ ਕੋਈ ਜਲ ਵਿੱਚ ਰਹਿਣ ਵਾਲੀ ਮਛਲੀ ਦਰਖਤ 'ਤੇ ਚੜ੍ਹੀ ਹੋਵੇ। ਇਹਦਾ ਕੀ ਭਾਵ ਹੈ? ਜਿਹੜੀ ਆਤਮਾ ਹੈ ਇਹ ਨਾਮ ਜਲ ਵਿੱਚ ਰਹਿਣ ਵਾਲੀ ਹੈ, ਨਾਮ ਇਹਦਾ ਅਸਲਾ ਹੈ। ਜਿਵੇਂ ਮਛਲੀ ਦਾ ਜੀਵਨ ਪਾਣੀ ਹੈ, ਇਸੇ ਤਰ੍ਹਾਂ ਆਤਮਾ ਦਾ ਜੀਵਨ, ਆਤਮਾ ਦਾ ਸਰੋਤ, ਆਤਮਾ ਦਾ ਮੂਲ ਪਾਣੀ ਹੈ, ਵਾਹਿਗੁਰੂ ਦਾ ਨਾਮ ਹੈ। ਪਰ ਇਹ ਆਤਮਾ ਰੂਪੀ ਮੱਛੀ ਜਿਹੜੀ ਹੈ ਸੰਸਾਰ ਦੇ ਦਰਖਤ 'ਤੇ ਚੜ੍ਹ ਗਈ, ਭਾਵ ਸੰਸਾਰ ਵੱਲ ਚੱਲ ਪਈ ਹੈ, ਸੰਸਾਰ ਦੇ ਕੰਮਾਂ ਵਿੱਚ ਰੁੱਝ ਗਈ ਹੈ। ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ, ਮੱਛੀ ਦਰਖਤ 'ਤੇ ਜਾ ਕੇ ਬੱਚਿਆਂ ਨੂੰ ਜਨਮ ਦੇਵੇ, ਅਣਹੋਣੀ ਗੱਲ ਹੈ ਨਾ। ਪਰ ਇਸੇ ਤਰ੍ਹਾਂ ਸਾਡੀ ਆਤਮਾ ਜਿਹੜੀ ਹੈ ਤਾਂ ਪਰਮਾਤਮਾ ਦੀ ਅੰਸ਼, ਪਰ ਇਹ ਨਾਮ ਜਲ ਤੋਂ ਟੁੱਟ ਕੇ, ਬਾਣੀ ਤੋਂ ਦੂਰ ਹੋ ਕੇ ਸੰਸਾਰ ਦੇ ਕੰਮਾਂ ਵਿੱਚ ਰੁੱਝੀ ਹੋਈ ਹੈ। ਜਦ ਕਿ ਸਾਡੀ ਆਤਮਾ ਨੂੰ ਚਾਹੀਦਾ ਸੀ ਨਾਮ ਦੇ ਵਿੱਚ, ਬਾਣੀ ਵਿੱਚ ਜੁੜੇ ਰਹਿਣਾ। ਪਰ ਆਪਾਂ ਵੇਖੀਏ ਸਾਡਾ ਜਿਹੜਾ ਆਤਮਾ ਇੰਨਾ ਨਾਮ ਵੱਲ ਨਹੀਂ ਜੁੜਦਾ ਜਿੰਨਾ ਸੰਸਾਰ ਦੇ ਕੰਮਾਂ ਵਿੱਚ ਆਪਾਂ ਨੂੰ ਖੁਸ਼ੀ ਮਿਲਦੀ ਹੈ, ਰਸ ਆਉਂਦਾ ਹੈ ਸੰਸਾਰ ਦੇ ਕੰਮ ਕਰਨ ਦੇ ਵਿੱਚ। ਇੰਨੇ ਸ਼ੌਂਕ ਨਾਲ, ਇੰਨੇ ਰਸ ਨਾਲ ਆਪਾਂ ਬਾਣੀ ਨਹੀਂ ਪੜ੍ਹਦੇ। ਇਹ ਉਲਟ ਖੇਡ ਹੋ ਰਹੀ ਹੈ। ਐਸਾ ਵਰਤਾਰਾ ਇਹ ਮਾਇਆ ਦੇ ਪ੍ਰਭਾਵ ਕਰਕੇ ਹੋ ਰਿਹਾ ਹੈ। ਭਗਤ ਕਬੀਰ ਸਾਹਿਬ ਅੱਗੇ ਫਰਮਾਨ ਕਰਦੇ, ਦੇਖਤ ਕੁਤਰਾ ਲੈ ਗਈ ਵਿਲਾਈ। ਕੁੱਤਾ ਜਿਹੜਾ ਹੈ ਉਹ ਬਿੱਲੀ ਨੂੰ ਖਾ ਜਾਂਦਾ ਹੈ, ਬਿੱਲੀ ਉਹ ਤੋਂ ਡਰਦੀ ਹੈ। ਪਰ ਇੱਥੇ ਖੇਡ ਉਲਟ ਹੋ ਗਈ ਹੈ ਕਿ ਦੇਖਤ ਕੁਤਰਾ ਲੈ ਗਈ ਬਿਲਾਈ। ਜਿਹੜੀ ਹੈ ਤ੍ਰਿਸ਼ਨਾ ਉਹ ਸੰਜੀਵ ਦੇ ਸੰਤੋਖ ਨੂੰ ਚੁਰਾ ਕੇ ਲੈ ਗਈ ਹੈ। ਸੰਤੋਖ ਰੂਪੀ ਕੁੱਤਾ ਹੈ ਜਿਹਦੇ ਤੋਂ ਤ੍ਰਿਸ਼ਨਾ ਡਰਦੀ ਹੈ। ਪਰ ਇੱਥੇ ਜਦੋਂ ਮਨੁੱਖ ਦੇ ਜੀਵਨ ਵਿੱਚ ਕਮੀ ਆਈ, ਸੰਤੋਖ ਵੀ ਡਾਊਨ ਹੋ ਗਿਆ, ਤਾਂ ਫਿਰ ਤ੍ਰਿਸ਼ਨਾ ਦੀ ਬਿੱਲੀ ਆ ਕੇ ਉਹ ਜੀਵ ਦੇ ਸੰਤੋਖ ਨੂੰ ਚੁਰਾ ਲੈਂਦੀ ਹੈ। ਜਿਵੇਂ ਜਿਵੇਂ ਮਨੁੱਖ ਦੇ ਅੰਦਰ ਤ੍ਰਿਸ਼ਨਾ ਵੱਧਦੀ ਹੈ, ਸੰਤੋਖ ਚਲਾ ਜਾਂਦਾ ਹੈ। ਅੱਜ ਆਪਾਂ ਵੇਖੀਏ ਮਨੁੱਖ ਦੇ ਇੰਦਰੀਆਂ ਨੂੰ ਕਿਸੇ ਵੀ ਤਰ੍ਹਾਂ ਸੰਤੋਖ ਨਹੀਂ ਰਹਿ ਗਿਆ। ਨਾ ਸਾਡੀਆਂ ਅੱਖਾਂ ਨੂੰ ਸੰਤੋਖ ਹੈ, ਨਹੀਂ ਕੀਤਾ, ਤੇ ਦੱਸੋ ਉਹਦਾ ਫਿਰ ਕੀ ਹਾਲ ਹੋਵੇਗਾ। ਇੱਕ ਮਨੁੱਖ ਨੇ ਚਲੋ ਆਪਣੇ ਬਚਾਅ ਵਾਸਤੇ ਸਰਦੀ ਤੋਂ ਗਰਮ ਕੱਪੜੇ ਪਾ ਲਏ ਨੇ, ਇੱਕ ਨੇ ਪਾਏ ਨਹੀਂ ਹਨ, ਉਹਦਾ ਕੀ ਹਾਲ ਹੋਵੇਗਾ। ਬੜਾ ਪ੍ਰਦੂਸ਼ਣ ਹੈ, ਕਿਸੇ ਨੇ ਆਪਣਾ ਮੂੰਹ ਢੱਕਿਆ ਹੀ ਨਹੀਂ ਹੈ ਪ੍ਰਦੂਸ਼ਣ ਤੋਂ ਬਚਣ ਵਾਸਤੇ, ਫਿਰ ਉਹਦਾ ਕੀ ਹਾਲ ਹੋਵੇਗਾ। ਤਾਂ ਇਸੇ ਤਰ੍ਹਾਂ ਅੱਜ ਬਾਹਰ ਜਿਹੜਾ ਹੈ ਉਹ ਤ੍ਰਿਸ਼ਨਾ ਦਾ ਐਸੇ ਸਾਹਮਣੇ ਸਾਨੂੰ ਦੇਖਣ ਨੂੰ, ਸੁਣਨ ਨੂੰ ਮਿਲਦੇ ਨੇ ਜਿਹੜਿਆਂ ਦੇ ਵਿੱਚ ਤ੍ਰਿਸ਼ਨਾ ਵਾਸ਼ਨਾ ਭਰੀ ਹੋਈ ਹੈ। ਆਪਾਂ ਟੀਵੀ ਵੇਖਦੇ ਹਾਂ, ਟੀਵੀ ਦੇ ਵਿੱਚ ਕੀ ਹੈ, ਉਹਦੇ ਵਿੱਚ ਉਹੀ ਨਾਟਕ, ਉਹੀ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਵਾਸ਼ਨਾ ਨਾਲ ਭਰੀਆਂ ਹੋਈਆਂ, ਮੰਦੀ ਵਾਸ਼ਨਾ ਨਾਲ ਭਰੀਆਂ ਹੋਈਆਂ ਨੇ। ਉਹੀ ਉਹਨਾਂ ਵਿੱਚ ਕੀਤਾ ਜਾ ਰਿਹਾ ਜਿਹੜਾ ਤ੍ਰਿਸ਼ਨਾ ਦੇ ਅਧੀਨ ਹੁੰਦਾ ਹੈ। ਅਤੇ ਇਸ ਕਰਕੇ ਜਦੋਂ ਆਪਾਂ ਉਸ ਚੀਜ਼ ਨੂੰ ਵੇਖਦੇ ਹਾਂ, ਸੁਣਦੇ ਹਾਂ, ਅਖਬਾਰਾਂ ਵਿੱਚ ਵੇਖ ਲਓ, ਹਰ ਇੱਕ ਥਾਂ 'ਤੇ ਇਸ ਚੀਜ਼ ਦਾ ਪ੍ਰਸਾਰ ਜ਼ਿਆਦਾ ਹੋ ਰਿਹਾ ਹੈ। ਅਤੇ ਕੁਦਰਤੀ ਗੱਲ ਹੈ ਉਹਦਾ ਸਾਡੇ ਮਨ 'ਤੇ ਅਸਰ ਹੋਵੇਗਾ। ਉਹਦੇ ਤੋਂ ਬਚਣ ਦਾ ਤਰੀਕਾ ਇੱਕੋ ਹੈ ਵੀ ਉਹਨਾਂ ਚੀਜ਼ਾਂ ਦਾ ਤਿਆਗ ਕਰ ਦਿੱਤਾ ਜਾਵੇ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਸੰਤੋਖ ਬਚ ਸਕਦਾ। ਦੈਵੀ ਗੁਣ ਮਨੁੱਖ ਦੇ ਜਿਹੜੇ ਅੰਦਰ ਨੇ ਨਾ, ਉਹ ਤਾਂ ਬਚ ਸਕਦੇ ਨੇ ਜੇ ਬਾਹਰਲੇ ਹੱਲਿਆਂ ਨੂੰ ਰੋਕਿਆ ਜਾਵੇ। ਪਰ ਬਾਹਰੋਂ ਤਾਂ ਬਹੁਤ ਹੱਲੇ ਹੋ ਰਹੇ ਨੇ ਵਿਸ਼ੇ ਵਿਕਾਰਾਂ ਦੇ, ਤ੍ਰਿਸ਼ਨਾ ਦੇ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਤ੍ਰਿਸ਼ਨਾ ਦੀ ਬਿੱਲੀ ਉਹ ਬੜੀ ਬਲਵਾਨ ਹੋ ਗਈ,
और संतोख रूपी कुत्ते नूं चुक के लै गई है। जीव दे अंदर संतोख नहीं रह गया। देखत वाहिगुरु तले रे बैसा ऊपर सूला, तिसकै पेड़ लगे फल फूला। ते एक होर भगत कबीर साहब जी कहते हैरानी वाली गल हो गई है। कदे वेख्या तुसी कोई दरखत भी ਉਹਦੀਆਂ ਜੜ੍ਹਾਂ ਉੱਪਰ ਨੂੰ ਹੋਣ, ਫੁੱਲ ਫਲ ਟਾਹਣੀਆਂ ਨੀਵੇਂ ਪਾਸੇ ਨੂੰ ਹੋਣ? ਐਸਾ ਕੋਈ ਦਰਖਤ ਦੇਖਿਆ ਨਹੀਂ ਨਾ। ਪਰ ਇੱਥੇ ਸਾਡੇ ਜੀਵਨ ਵਿੱਚ ਇਹ ਕੁਝ ਹੋ ਰਿਹਾ ਹੈ ਕਿ ਜੀਵ ਦਾ ਜਿਹੜਾ ਧਿਆਨ ਹੈ ਉਹ ਪਰਮਾਤਮਾ ਤੋਂ ਬੜਾ ਦੂਰ ਜਾ ਚੁੱਕਾ ਹੈ। ਪਰਮਾਤਮਾ ਨੂੰ, ਧਰਮ ਨੂੰ, ਨਾਮ ਨੂੰ, ਦੈਵੀ ਗੁਣਾਂ ਨੇ ਇਹਨੇ ਬਾਹਰ ਕੱਢ ਦਿੱਤਾ, ਉੱਚਾ ਕਰ ਦਿੱਤਾ, ਦੂਰ ਕਰ ਦਿੱਤਾ ਹੈ। ਤੇ ਇਹਦੇ ਅੰਦਰ ਸੰਸਾਰ ਦੇ ਕੰਮ, ਵਿਸ਼ੇ ਵਿਕਾਰ ਉਹ ਇਹਦੇ ਅੰਦਰ ਵੱਧ ਗਏ ਨੇ ਜੀਵ ਦੇ। ਜਿੰਨਾ ਆਪਾਂ ਸਮਾਂ ਉਸ ਪਾਸੇ ਲਾਉਂਦੇ ਹਾਂ, ਉਹਨਾਂ ਸਮਾਂ ਬਾਣੀ ਪੜ੍ਹਨ ਵਿੱਚ ਨਹੀਂ ਲਾਉਂਦੇ, ਨਾਮ ਜਪਣ ਵਿੱਚ ਨਹੀਂ ਲਾਉਂਦੇ। ਧਰਮ ਸਾਡੇ ਤੋਂ ਦੂਰ ਹੋ ਗਿਆ ਹੈ। ਤਲੈ ਰੇ ਬੈਸਾ ਊਪਰ ਸੂਲਾ। ਬੈਸਾ ਕਹੀਏ ਜਿਹੜੀਆਂ ਟਾਹਣੀਆਂ ਆਦਿਕ ਜਿੰਨਾ ਵੀ ਦਰਖਤ ਦਾ ਉੱਪਰਲਾ ਹਿੱਸਾ ਹੈ। ਸੂਲਾ ਦਾ ਭਾਵ ਹੈ ਜਿਹੜਾ ਮੁੱਢ, ਉਹ ਤਾਂ ਉੱਪਰ ਨੂੰ ਹੋ ਗਿਆ, ਭਾਵ ਦੂਰ ਹੋ ਗਿਆ। ਅਤੇ ਜਿਹੜੀਆਂ ਟਾਹਣੀਆਂ ਨੇ ਉਹ ਨੇੜੇ ਹੋ ਗਈਆਂ, ਭਾਵ ਜੀਵ ਦੇ ਅੰਦਰ ਵਿਸ਼ੇ ਵਿਕਾਰਾਂ ਦੀਆਂ ਰੁਚੀਆਂ, ਸੰਸਾਰ ਦੀਆਂ ਰੁਚੀਆਂ ਜ਼ਿਆਦਾ ਵੱਧ ਗਈਆਂ। ਤਿਸਕੈ ਪੇੜ ਲਗੇ ਫਲ ਫੂਲਾ। ਅਤੇ ਜਦੋਂ ਮਨੁੱਖ ਦੇ ਅੰਦਰ ਸੰਸਾਰ ਦੇ ਵਿਸ਼ੇ ਵਿਕਾਰ ਵੱਧਦੇ ਨੇ, ਵਾਸ਼ਨਾ ਵੱਧਦੀ ਹੈ, ਅਤੇ ਫਿਰ ਉਹਨੂੰ ਫਲ ਫੁੱਲ ਕਿਵੇਂ ਜਿਹੇ ਲੱਗਦੇ ਨੇ? ਦੁੱਖ। ਉਹ ਫਿਰ ਨਰਕਾਂ ਵਿੱਚ ਜਾ ਡਿੱਗਦਾ ਜੀਵ। ਜਿੰਨਾ ਜ਼ਿਆਦਾ ਮਾੜੇ ਪਾਸੇ ਜਾਵੇਗਾ ਓਨਾ ਹੀ ਜੀਵ ਨੂੰ ਜ਼ਿਆਦਾ ਦੁੱਖ ਮਿਲੇਗਾ। ਵੇਖੋ ਅੱਜ ਆਪਾਂ ਵੇਖਦੇ ਹਾਂ ਸੰਸਾਰ ਦੇ ਵਿੱਚ ਕੈਂਸਰ ਵੀ ਕਈ ਤਰ੍ਹਾਂ ਦਾ ਹੋ ਗਿਆ ਹੈ। ਬਿਮਾਰੀਆਂ ਕਿੰਨੇ ਤਰ੍ਹਾਂ ਦੀਆਂ ਪੈਦਾ ਹੋ ਰਹੀਆਂ ਨੇ। ਕਈ ਵਾਰ ਤਾਂ ਛੇਤੀ ਛੇਤੀ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਬਿਮਾਰੀ ਨੂੰ ਨਾਮ ਕੀ ਦੇਣਾ ਹੈ, ਸਾਇੰਸਦਾਨਾਂ ਨੂੰ ਵੀ ਇਸ ਬਿਮਾਰੀ ਨੂੰ ਕੀ ਆਖੀਏ, ਇਹਦਾ ਨਾਂ ਕੀ ਰੱਖੀਏ। ਉਹਦਾ ਕਾਰਨ ਕੀ ਹੈ? ਸੰਸਾਰ ਉਹੀ ਹੈ, ਸਾਰਾ ਕੁਝ ਧਰਤੀ, ਚੰਦਰਮਾ, ਪਾਣੀ, ਬਨਸਪਤੀ ਉਹੀ ਹੈ। ਕਮੀ ਕਿੱਥੇ ਆ ਗਈ? ਕਮੀ ਮਨੁੱਖ ਦੇ ਵਿੱਚ ਆ ਗਈ। ਬਸ ਇਹ ਸਾਰੀ ਚੀਜ਼ ਨੂੰ ਵਿਗਾੜ ਰਿਹਾ, ਨਹੀਂ ਤਾਂ ਬਿਲਕੁਲ ਸਾਰਾ ਕੁਝ ਉਹੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਾ, ਸੋਈ ਚੰਦ ਚੜ੍ਹੈ ਸੇ ਤਾਰੇ। ਮਹਾਰਾਜ ਕਹਿੰਦੇ ਉਹੀ ਚੰਦਰਮਾ ਹੈ, ਉਹੀ ਤਾਰੇ ਨੇ। ਜੁਗ ਜੀਵ ਖੇਲੇ ਥਾਮ ਕੈਸੇ। ਬਸ ਜੀਵ ਦੇ, ਮਨੁੱਖ ਦੇ ਜੀਵਨ ਵਿੱਚ ਫਰਕ ਪਿਆ। ਬਾਕੀ ਜੀਵ ਜੰਤੂ, ਪਸ਼ੂ ਪੰਛੀ ਉਸੇ ਤਰ੍ਹਾਂ ਚੱਲ ਰਹੇ ਨੇ। ਤੁਸੀਂ ਵੇਖਿਆ ਕਿ ਪਸ਼ੂਆਂ ਦੇ ਅੰਦਰ ਕੋਈ ਬਿਮਾਰੀਆਂ ਨਹੀਂ ਇਸ ਤਰ੍ਹਾਂ ਦੀਆਂ ਜਿੰਨੀਆਂ ਜ਼ਿਆਦਾ ਬਿਮਾਰੀਆਂ ਮਨੁੱਖ ਦੇ ਅੰਦਰ ਆ ਗਈਆਂ ਨੇ। ਹਾਂ, ਉਹਨਾਂ ਪਸ਼ੂਆਂ ਅੰਦਰ ਕੁਝ ਬਿਮਾਰੀਆਂ ਦਿਖਾਈ ਦੇਣ ਲੱਗ ਪਈਆਂ ਜਿਹੜੇ ਮਨੁੱਖਾਂ ਦੇ ਘਰ ਵਿੱਚ ਪਸ਼ੂ ਰਹਿੰਦੇ ਨੇ ਨਾ, ਪੰਛੀ ਜਾਂ ਜਾਨਵਰ, ਕੁੱਤੇ ਆਦਿਕ ਵੀ ਲੋਕ ਵੇਖੋ, ਇਹ ਜਿਹੜੇ ਬਾਹਰ ਅਵਾਰਾ ਤੁਰੇ ਫਿਰਦੇ ਨੇ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਹੈ। ਜਿਹੜੇ ਮਨੁੱਖ ਦੇ ਨੇੜੇ ਆ ਗਏ, ਮਨੁੱਖ ਆਪ ਬਿਮਾਰੀਆਂ ਨਾਲ ਭਰਿਆ ਹੋਇਆ ਸੀ, ਉਹਨਾਂ ਦੇ ਜੀਵਨ ਵਿੱਚ ਵੀ ਬਿਮਾਰੀਆਂ। ਬਨਸਪਤੀ ਜਿਹੜੀ ਮਨੁੱਖ ਦੇ ਨੇੜੇ ਆਈ ਹੈ, ਉਸ ਬਨਸਪਤੀ ਦੇ ਵਿੱਚ ਵੀ, ਉਹਦੇ ਫਲ ਫੁੱਲ ਦੇ ਵਿੱਚ ਵੀ ਜ਼ਹਿਰ ਭਰ ਗਿਆ। ਜੰਗਲਾਂ ਵਿੱਚ, ਜਿਹੜੇ ਜੰਗਲ ਮਨੁੱਖ ਤੋਂ ਦੂਰ ਨੇ, ਜਿੱਥੇ ਮਨੁੱਖ ਜਾਂਦਾ ਆਉਂਦਾ ਘੱਟ ਹੈ, ਉੱਥੇ ਜੀ ਜਿਹੜੀ ਬਨਸਪਤੀ ਹੈ ਉਹਦੇ ਵਿੱਚ ਕੋਈ ਜ਼ਹਿਰ ਨਹੀਂ ਹੈ। ਪਰ ਜਿਹੜੀ ਬਨਸਪਤੀ ਜੋ ਵੀ ਸਾਡੇ ਨੇੜੇ ਆਇਆ, ਮਨੁੱਖ ਆਪ ਜ਼ਹਿਰ ਨਾਲ ਭਰਿਆ ਹੋਇਆ, ਉਹਨੂੰ ਵੀ ਜ਼ਹਿਰ ਨਾਲ ਭਰ ਦਿੱਤਾ। ਅਤੇ ਉਹਦਾ ਕਾਰਨ ਭਿਅੰਕਰ ਬਿਮਾਰੀਆਂ, ਉਸ ਤਰ੍ਹਾਂ ਦੇ ਫਲ ਫੁੱਲ ਫਿਰ ਸਾਡੇ ਜੀਵਨ ਵਿੱਚ, ਭਾਵ ਸਾਡੇ ਵਿੱਚੋਂ ਦੁੱਖ ਹੀ ਪੈਦਾ ਹੋਣ ਲੱਗ ਪਏ। ਅੱਜ ਜੰਮਦਾ ਬੱਚਾ ਵੀ ਕਹਿੰਦਾ ਮੈਨੂੰ ਟੈਨਸ਼ਨ ਹੈ। ਕਾਰਨ ਜਿੱਥੋਂ ਜਨਮ ਹੋ ਰਿਹਾ ਹੈ ਉਹ ਮਾਂ ਪਿਓ ਟੈਨਸ਼ਨ ਨਾਲ ਭਰੇ ਹੋਏ ਨੇ, ਉਹ ਮਾਂ ਪਿਓ ਰੋਗਾਂ ਨਾਲ ਭਰੇ ਹੋਏ ਨੇ। ਜਿਸ ਤਰ੍ਹਾਂ ਦੀ ਧਰਤੀ ਹੁੰਦੀ ਹੈ, ਜਲ ਵਾਯੂ ਹੁੰਦਾ ਹੈ, ਉਹਦਾ ਅਸਰ ਬਨਸਪਤੀ, ਉੱਥੇ ਆਪਾਂ ਜਿਹੜਾ ਵੀ ਪੌਦਾ ਲਾਵਾਂਗੇ, ਬੂਟਾ ਲਾਵਾਂਗੇ, ਉਹਦਾ ਅਸਰ ਹੁੰਦਾ ਹੈ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨੁੱਖ ਦਾ ਜੀਵਨ ਐਸਾ ਹੋ ਗਿਆ ਹੈ, ਇਹ ਮੂਲ ਨਾਲੋਂ, ਧਰਮ ਤੋਂ ਦੂਰ ਜਾ ਚੁੱਕਾ ਹੈ ਔਰ ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਇਹਦੀ ਰੁਚੀ ਬਣ ਗਈ ਹੈ। ਇਸ ਕਰਕੇ
ਇਹਨੂੰ ਫਲ ਫੁੱਲ ਇਸੇ ਤਰ੍ਹਾਂ ਦੇ ਲੱਗ ਰਹੇ ਨੇ। ਇਹ ਦੁੱਖ, ਇਹ ਰੋਗ, ਇਹ ਕਲੇਸ਼। ਨਹੀਂ ਤੇ ਧਰਤੀ ਤਾਂ ਉਹੀ ਹੈ, ਸੂਰਜ ਚੰਦਰਮਾ ਸਾਰਾ ਕੁਝ ਉਹੀ ਹੈ। ਔਰ ਡਾਕਟਰ ਵੈਦ ਪਹਿਲਾਂ ਤੁਸੀਂ ਪੜ੍ਹੋ, ਜਿਹੜੇ ਵੈਦ ਹਕੀਮ ਨੇ ਉਹ ਨੇੜੇ ਤੇੜੇ ਨਹੀਂ, 4-4 5-5 ਪਿੰਡਾਂ ਦੇ ਵਿੱਚ ਕੋਈ ਇੱਕ ਅੱਧਾ ਹਕੀਮ ਹੁੰਦਾ ਸੀ। ਹੁਣ ਗਲੀ ਗਲੀ ਵਿੱਚ ਡਾਕਟਰ ਬੈਠੇ ਨੇ, ਬਿਮਾਰੀਆਂ ਫਿਰ ਵੀ ਸੂਤ ਨਹੀਂ ਆਉਂਦੀਆਂ। ਉਹਦਾ ਕਾਰਨ ਮਨੁੱਖ ਨੇ ਇੰਨੀਆਂ ਕੁ ਬਿਮਾਰੀਆਂ ਪੈਦਾ ਕਰਤੀਆਂ ਨੇ, ਅੰਤ ਹੀ ਕੋਈ ਨਹੀਂ ਹੈ। ਕਿਉਂਕਿ ਧਰਮ ਤੋਂ ਦੂਰ ਹੋ ਗਿਆ, ਸੰਸਾਰ ਦੇ ਵਿਸ਼ਿਆਂ ਵਿੱਚ ਰੁੱਝ ਗਿਆ। ਘੋਰੈ ਚਰ ਭੈਸ ਜਰਾਵਣ ਜਾਈ, ਬਾਹਰ ਬੈਲ ਗੋਣ ਘਰੇ ਆਈ। ਵਾਸ਼ਨਾ ਦੇ ਘੋੜੇ ਤੇ ਵਾਹਿਗੁਰੂ ਵਾਸ਼ਨਾ ਦਾ ਜਿਹੜਾ ਭੈਂਸਾ ਹੈ ਉਹ ਮਨ ਰੂਪੀ ਘੋੜੇ ਤੇ ਚੜ੍ਹ ਕੇ ਮਨ ਰੂਪੀ ਘੋੜੇ ਨੂੰ ਦੌੜਾਈ ਫਿਰਦਾ ਹੈ। ਘੋਰੈ ਚਰ ਭੈਸ ਚਰਾਵਣ ਜਾਈ, ਕਿ ਵਾਸ਼ਨਾ ਜਿਹੜਾ ਵਾਸ਼ਨਾ ਦਾ ਭੈਂਸਾ ਝੋਟਾ ਉਹ ਮਨ ਰੂਪੀ ਘੋੜੇ ਤੇ ਸਵਾਰ ਹੋਇਆ ਮਨ ਨੂੰ ਦੌੜਾਈ ਫਿਰਦਾ ਹੈ। ਬਾਹਰ ਬੈਲ ਗਾਉਣ ਘਰ ਆਈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਤੋਖ ਰੂਪੀ ਧੀਰਜ ਰੂਪੀ ਬੈਲ ਉਹ ਘਰ ਤੋਂ ਬਾਹਰ ਹੋ ਗਿਆ। ਖੋਟੀ ਕਮਾਈ ਜਿਹੜੀ ਸੀ ਉਹ ਜੀਵ ਦੇ ਅੰਦਰ ਆ ਗਈ ਹੈ। ਭਾਵ ਖੋਟੇ ਕਰਮਾਂ ਵਿੱਚ ਇਹਦੀ ਰੁਚੀ ਵੱਧ ਗਈ ਹੈ। ਸੰਤੋਖ ਧੀਰਜ ਦੈਵੀ ਗੁਣ ਇਹਦੇ ਅੰਦਰ ਨਹੀਂ ਰਹੇ। ਕਹਿਤ ਕਬੀਰ ਜੋ ਇਸ ਪਦ ਬੂਝੈ। ਭਗਤ ਕਬੀਰ ਸਾਹਿਬ ਕਹਿੰਦੇ ਜਿਹੜੇ ਇਸ ਸ਼ਬਦ ਨੂੰ ਜਾਣ ਲੈਣਗੇ, ਇਸ ਚੀਜ਼ ਨੂੰ ਸਮਝ ਲੈਣਗੇ ਕਿ ਇਹ ਜਿਹੜੇ ਦੁੱਖ ਰੋਗ ਸਾਡੇ ਅੰਦਰ ਕਲੇਸ਼ ਸਾਡੇ ਜੀਵਨ ਵਿੱਚ ਨਹੀਂ, ਇਹਨਾਂ ਦਾ ਕਾਰਨ ਕੀ ਹੈ, ਤਾਂ ਆਪਣੇ ਆਪ ਦੀ ਪੜਚੋਲ ਕਰੇਗਾ ਮਨੁੱਖ। ਉਹ ਫਿਰ ਧਰਮ ਦੇ ਪਾਸੇ 'ਤੇ ਚੱਲੇਗਾ, ਉਹ ਨਾਮ ਵਾਲੇ ਪਾਸੇ ਚੱਲੇਗਾ। ਰਾਮ ਰਮਤ ਸਭ ਕੇ ਸੂਝੈ। ਜਦੋਂ ਧਰਮ ਦੇ ਮਾਰਗ 'ਤੇ ਚੱਲੇਗਾ, ਪ੍ਰਮਾਤਮਾ ਦਾ ਨਾਮ ਜਪੇਗਾ, ਤੇ ਇਹਨੂੰ ਸਾਰੀ ਜੀਵਨ ਦੀ ਸੋਝੀ ਆ ਜਾਵੇਗੀ। ਮੇਰੇ ਜੀਵਨ ਵਿੱਚ ਦੁੱਖ ਕਿਉਂ ਨੇ, ਕਾਰਨ ਕਿਉਂ ਨੇ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਮੁਖ ਦੀ ਅਵਸਥਾ ਦੱਸਦੇ ਨੇ, ਜਦੋਂ ਕਿਸੇ ਨੇ ਨਾਮ ਦਾ ਅਭਿਆਸ ਕੀਤਾ ਉਹਨੂੰ ਸਮਝ ਲੱਗ ਗਈ ਕਿ ਮੇਰੇ ਜੀਵਨ ਵਿੱਚ ਜਿਹੜੇ ਦੁੱਖ ਨੇ ਰੋਗ ਨੇ ਇਹਦਾ ਕਾਰਨ ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਨਹੀਂ ਤੇ ਆਪਾਂ ਦੋਸ਼ ਦੂਜਿਆਂ ਨੂੰ ਦਿੰਦੇ ਹਾਂ। ਪਰ ਇਹ ਸਮਝ ਆ ਗਈ ਸਿਮਰਨ ਕਰਕੇ, ਅੰਦਰੋਂ ਬਾਣੀ ਪੜ੍ਹ ਕੇ ਸੋਝੀ ਆ ਗਈ ਕਿ ਜੀਵਨ ਵਿੱਚ ਦੁੱਖ ਰੋਗ ਦਾ ਕਾਰਨ ਕੋਈ ਹੋਰ ਨਹੀਂ, ਮੈਂ ਆਪ ਹੀ ਹਾਂ। ਕਿਉਂਕਿ ਮੇਰੀਆਂ ਰੁਚੀਆਂ ਉਸ ਤਰ੍ਹਾਂ ਦੀਆਂ ਹੋ ਗਈਆਂ, ਵਿਸ਼ੇ ਵਿਕਾਰਾਂ ਵਿੱਚ ਅੱਜ ਮਨੁੱਖ ਦੀਆਂ ਅੱਖਾਂ ਕੰਨ ਨਾਸਕਾ ਸਰੀਰ ਦੇ ਇੰਦਰੇ ਰੁੱਝ ਗਏ। ਉਹਦੇ ਕਾਰਨ ਇਹ ਦੁੱਖ ਰੋਗ ਪੈਦਾ ਹੋ ਰਹੇ ਨੇ। ਜਿਹੜਾ ਬਾਣੀ ਨਾਲ ਜੁੜ ਗਿਆ, ਜਿਹਨੇ ਭਾਵ ਨਾਲ ਪ੍ਰੇਮ ਨਾਲ ਬਾਣੀ ਨੂੰ ਜਪਿਆ, ਉਹਨੂੰ ਸੋਝੀ ਆ ਗਈ। ਇਸ ਕਰਕੇ ਉਹ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਂਦਾ ਹੈ। 22 ਚੌਪਦੇ ਤਥਾ ਪੰਚਪਦੇ, ਜਿਹੜੇ 22 ਸ਼ਬਦ ਭਗਤ ਕਬੀਰ ਸਾਹਿਬ ਜੀ ਦੇ ਚੌਪਦਿਆਂ ਵਾਲੇ ਵਿੱਚ ਪੰਚਪਦੇ ਵਾਲੇ ਸ਼ਬਦ ਵੀ ਆਏ ਹਨ। ਉਹ ਕਥਾ ਆਪ ਜੀ ਨੇ ਭਗਤ ਕਬੀਰ ਸਾਹਿਬ ਜੀ ਦੇ ਸ਼ਬਦਾਂ ਦੀ ਸਰਵਣ ਕੀਤੀ ਹੈ। ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ